सोनिहाल बोले सोनिहाल बोले सोनिहाल। वाहिगुरू जी का खालसा वाहिगुरू जी की फतेह। हरनेक सिंह है जी। ਹਰਨੇਕ ਸਿੰਘ ਜੋ ਅੱਜ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਦੇ ਵਿੱਚ ਅੱਜ ਤੁਸੀਂ ਇਕੱਠ ਕੀਤਾ, ਕੀ ਕਾਰਨ ਸੀ ਇਹ ਇਕੱਠ ਕਰਨ ਦਾ, ਕੀ ਨੌਬਤ ਆ ਗਈ? ਕਾਰਨ ਜੀ ਮਹਿੰਗਾਈ ਬਹੁਤ ਹੋਈ ਪਈ ਆ, ਦਿਹਾੜੀ ਦੱਪੇ ਬਾਰੇ ਕੀਤਾ ਵੀ ਇਹ ਵਧਾਈ ਜਾਵੇ ਸਾਡੀ। ਭਗਵੰਤ ਮਾਨ ਜੀ ਨੂੰ ਇਹੀ ਸਾਡੀ ਬੇਨਤੀ ਹੈ ਹੱਥ ਬੰਨ੍ਹ ਕੇ ਵੀ ਬਾਈ ਮਜ਼ਦੂਰਾਂ ਬਾਰੇ ਵੀ ਕੁਛ ਕੀਤਾ ਜਾਵੇ। ਸਾਡੀ ਦਿਹਾੜੀ ਮਿਸਤਰੀ ਦੀ 1000 ਰੁਪਿਆ, ਮਜ਼ਦੂਰ ਦੀ 500 ਰੁਪਿਆ ਤੇ 6000 ਰੁਪਿਆ ਜਿਹੜੀ ਝੋਨੇ ਦੀ ਲਵਾਈ ਸਾਨੂੰ ਦਿੱਤੀ ਜਾਵੇ। ਤੇ ਜਿਹੜੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਜਿਵੇਂ ਆਹ ਤੇਲ ਸਾਰੀਆਂ ਚੀਜ਼ਾਂ ਇਹ ਸਸਤੀਆਂ ਕੀਤੀਆਂ ਜਾਣ। ਗਰੀਬ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਪਿਆ। ਅਸੀਂ ਤਾਂ ਜੀ ਜਮਾਂ ਬਸ ਰਸੋਈ ਦੇ ਵਿੱਚ ਗੰਢੇ ਵੀ ਨਹੀਂ ਹੁੰਦੇ ਸਾਡੇ ਤਾਂ, ਉਹ ਵੀ ਅਸੀਂ ਸੁੱਕੀ ਮਿਰਚ ਉੱਤੇ ਚੋਪੜ ਕੇ ਖਾਂਦੇ। ਜਿਹੜੀ ਮਾੜੀ ਮੋਟੀ ਕਣਕ ਮਿਲਦੀ ਉਹ ਸੁੱਕੀ ਖਾਣੀ ਪੈਂਦੀ ਹੈ। ਇਹ ਕਣਕ ਦਾ ਜ਼ਿਆਦਾ ਜ਼ਿਕਰ ਲੋਕ ਕਰੀ ਜਾਂਦੇ ਵੀ ਇਹਨਾਂ ਨੂੰ ਕਣਕ ਮਿਲਦੀ ਹੈ, ਇਹਨਾਂ ਨੂੰ ਉਹ ਮਿਲਦਾ। ਕਣਕ ਫਿਰ ਸਾਨੂੰ ਸੁੱਕੀ ਖਾਣੀ ਪੈਂਦਾ ਜੀ। ਆਟਾ ਉਹ ਦਹੀਂ ਲਿਆਈ ਦੇ 10 ਰੁਪਈਆਂ ਦੇ, ਉਹ ਸਾਰੇ ਜੀ ਲੜ ਪਈਦੇ ਉਹਦੇ ਪਿੱਛੇ। ਆਹੀ ਬੇਨਤੀ ਹੈ ਸਾਡੀ ਵੀ ਸਾਡਾ ਕੋਈ ਮਸਲਾ ਹੱਲ ਕੀਤਾ ਜਾਵੇ ਤੇ ਸਾਨੂੰ ਪੂਰਾ ਜਿਹੜਾ ਮਿਹਨਤ ਆ ਸਾਡੀ ਪੂਰੀ ਦਿੱਤੀ ਜਾਵੇ। ਧੁੱਪ ਬਹੁਤ ਆ, ਕੰਮ ਕਰਨਾ ਬੜਾ ਔਖਾ ਜੀ। ਮਿਸਤਰੀ ਦਾ ਕੰਮ ਕਰਦਾ ਮੈਂ, 500 ਰੁਪਈਆ ਮੇਰੀ ਦਿਹਾੜੀ ਤੇ ਮੇਰਾ ਪਰਿਵਾਰ ਬਹੁਤ ਹੈ, ਪੂਰਾ ਨਹੀਂ ਆ ਰਿਹਾ। ਬਸ ਐਂ ਜੀ ਕਰਦਾ ਮੈਂ ਕੁਛ ਖਾ ਕੇ ਮਰ ਜਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਨਾਮ ਆ ਵੀਰ ਜੀ? ਰਾਜਾ ਸਿੰਘ ਆ ਜੀ ਮੇਰਾ ਨਾਮ। ਰਾਜਾ ਸਿੰਘ, ਜੋ ਅੱਜ ਇੱਥੇ ਇਕੱਠ ਕੀਤਾ ਝੋਨੇ ਦੀ ਲਵਾਈ ਨੂੰ ਲੈ ਕੇ, ਹਾਂਜੀ, ਕਿਸਾਨ ਤੇ ਮਜ਼ਦੂਰ ਦੇ ਵਿੱਚ ਜੋ ਕੁਛ ਦਿਨਾਂ ਤੋਂ ਸੰਘਰਸ਼ ਚੱਲ ਰਿਹਾ, ਪਿੰਡਾਂ ਦੇ ਵਿੱਚ ਮਤੇ ਪੈ ਰਹੇ ਨੇ, ਕਿਸਾਨ ਵੀ ਪਾ ਰਹੇ ਨੇ, ਮਜ਼ਦੂਰ ਵੀ ਪਾ ਰਹੇ ਨੇ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਬੇਨਤੀ ਅਸੀਂ ਜਿਹੜੇ ਅੱਜ ਗਰੀਬ ਪਰਿਵਾਰ ਹੈ, ਅਸੀਂ ਸਰਕਾਰ ਅੱਗੇ ਇਹ ਬੇਨਤੀ ਕਰਦੇ ਹਾਂ ਕਿ ਅੱਜ ਜਿਹੜੀ ਹੈ ਮਹਿੰਗਾਈ ਦੀ ਮਾਰ ਬਹੁਤ ਵੱਡੀ ਗਰੀਬ ਤਬਕੇ ਤੇ ਪੈ ਰਹੀ ਹੈ। ਜੋ ਤੇਲ, ਘਿਓ, ਖੰਡਾਂ, ਚਾਹਾਂ, ਹਰ ਚੀਜ਼ ਥੋੜ੍ਹੇ ਸਮੇਂ ਦੇ ਵਿੱਚ ਹੀ ਦੁੱਗਣੇ ਤਿੱਗਣੇ ਰੇਟਾਂ 'ਤੇ ਪਹੁੰਚ ਗਈਆਂ। ਕਿਉਂਕਿ ਅਸੀਂ ਤਾਂ ਅੱਜ ਜਿਹੜੇ ਗਰੀਬ ਬੰਦੇ ਆ, ਸਾਨੂੰ ਚੁੱਲ੍ਹਾ ਵੀ ਤਪਾਉਣਾ ਬੜੀ ਔਖੀ ਗੱਲ ਹੈ। ਕਿਉਂਕਿ ਬਾਕੀ ਚੀਜ਼ਾਂ ਤਾਂ ਬਾਅਦ ਦੀ ਗੱਲ ਰਹੇਗੀ, ਜਿਹੜੀਆਂ ਕੋਈ ਗੰਢਾ, ਤੇਲ, ਘਿਓ ਇਹ ਵੀ ਖਰੀਦਣਾ ਸਾਨੂੰ ਬੜਾ ਔਖਾ ਹੋ ਗਿਆ ਹੈ। ਤੇ ਅਸੀਂ ਇਹ ਹੀ ਮਾਨ ਸਰਕਾਰ ਅੱਗੇ ਬੇਨਤੀ ਕਰਦੇ ਹਾਂ, ਇੱਕ ਤਾਂ ਜਿਹੜਾ ਮਜ਼ਦੂਰੀ ਦਾ ਰੇਟ ਹੈ ਇਹ ਵੱਧ ਤੋਂ ਵੱਧ ਦਿੱਤਾ ਜਾਵੇ ਔਰ ਨਰੇਗਾ ਮਜ਼ਦੂਰਾਂ ਨੂੰ ਵੱਧ ਤੋਂ ਵੱਧ ਦਿਹਾੜੀ ਦਿੱਤੀ ਜਾਵੇ। ਜਾਂ ਝੋਨੇ ਦੀ ਲਵਾਈ ਹੈ, ਮਾਨ ਸਾਹਿਬ ਅੱਗੇ ਅਸੀਂ ਇਹ ਵੀ ਬੇਨਤੀ ਕਰਦੇ ਹਾਂ, ਜਿੱਥੇ ਕੋਈ ਕਿਸਾਨਾਂ ਨੂੰ ਤੂੰ 1500 ਰੁਪਏ ਕਿੱਲੇ ਦੀ ਸਹੂਲਤ ਦਿੱਤੀ ਹੈ, ਉੱਥੇ ਕਿਤੇ ਨਾ ਕਿਤੇ ਗਰੀਬਾਂ ਨੂੰ ਵੀ ਕੁਛ ਨਾ ਕੁਛ ਸੋਚੋ, ਗਰੀਬਾਂ ਨੂੰ ਵੀ ਕੋਈ ਨਾ ਕੋਈ ਸਹੂਲਤ ਦਿਓ। ਦੂਜੀ ਗੱਲ ਹੈ, ਜਿਵੇਂ ਆਟਾ ਦਾਲ ਸਕੀਮ ਹੈ, ਇਹਦੇ ਨਾਲ ਕੱਲੀ ਸਾਨੂੰ ਕਣਕ ਮਿਲਦੀ ਹੈ, ਕੱਲੀ ਕਣਕ ਦੇ ਉੱਤੇ ਰੋਟੀਆਂ ਅਸੀਂ ਘਸਾ ਕੇ ਨਹੀਂ ਖਾ ਸਕਦੇਗੇ। ਇਸ ਕਰਕੇ ਸਾਨੂੰ ਤੇਲ, ਸਾਨੂੰ ਘਿਓ, ਜੋ ਵੀ ਦਾਲ, ਹਰ ਚੀਜ਼ ਸਾਨੂੰ ਕਿਵੇਂ ਨਾ ਕਿਵੇਂ ਭਾਵੇਂ ਸਸਤੇ ਰੇਟਾਂ ਤੇ ਦੇਵੇ ਸਰਕਾਰ, ਜਾਂ ਸਾਨੂੰ ਕੋਈ ਆਪਦੇ ਕੋਟੇ ਚੋਂ ਫ੍ਰੀ ਦੇਵੇ। ਇਹ ਗਰੀਬਾਂ ਦੀ ਮਦਦ ਜ਼ਰੂਰ ਕਰੇ ਸਰਕਾਰ। ਮਾਨ ਸਾਹਿਬ ਦਾ ਅਸੀਂ ਧੰਨਵਾਦ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਮੰਦਰ ਸਿੰਘ ਜੀ, ਜੋ ਅੱਜ ਹਰੀਕੇ ਕਲਾਂ ਦੇ ਵਿੱਚ ਪ੍ਰੋਗਰਾਮ ਲੀਕਿਆ ਗਿਆ, ਤੁਹਾਡਾ ਮੇਨ ਮਕਸਦ ਇੱਥੇ ਆਉਣ ਦਾ ਕੀ ਕਾਰਨ ਸੀ? ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਮੀਡੀਆ ਦਾ, ਜਿਨ੍ਹਾਂ ਨੇ ਸਮਾਂ ਕੱਢ ਕੇ ਸਾਡੇ ਸਮਾਜ ਦੀ ਮਿਹਨਤਕਸ਼ ਲੋਕਾਂ ਦੀ ਆਵਾਜ਼ ਉਠਾਉਣ ਲਈ, ਪੰਜਾਬ ਸਰਕਾਰ ਦੇ ਕੰਨ ਖੋਲ੍ਹਣ ਲਈ, ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਦੇ ਜਿਹੜੇ ਉਹਨਾਂ ਤੱਕ ਗੱਲ ਪਹੁੰਚਾਉਣ ਲਈ ਮੈਂ ਇਸ ਮੀਡੀਆ ਦਾ ਧੰਨਵਾਦ ਕਰਦਾ। ਅੱਜ ਇਸ ਪਵਿੱਤਰ ਸਥਾਨ ਦੇ ਵਿੱਚ ਪਿੰਡ ਹਰੀਕੇ ਕਲਾਂ ਦੀ ਸਾਰੀ ਸਾਧ ਸੰਗਤ ਖੜੀ ਹੈ। ਜ਼ਿਆਦਾ ਤੌਰ 'ਤੇ ਇਹਨਾਂ ਲੋਕਾਂ ਨੂੰ ਜਿਨ੍ਹਾਂ ਦੀ ਪੀੜਾ ਜ਼ਿਆਦਾ ਹੈ, ਸਾਡੇ ਦਲਿਤ ਸਮਾਜ, ਸਾਡਾ ਬੈਕਵਰਡ ਭਾਈਚਾਰਾ, ਜਿਨ੍ਹਾਂ ਨੂੰ ਇਸ ਪੰਜਾਬ ਸਰਕਾਰ ਨੇ ਜ਼ਿਆਦਾ ਵੋਟਾਂ ਇਸ ਸਾਡੇ ਸਮਾਜ ਦੀਆਂ, ਇਹਨਾਂ ਨੂੰ ਇਗਨੋਰ ਕਰ ਰਹੀ ਹੈ ਪੰਜਾਬ ਸਰਕਾਰ, ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ। ਤਾਂ ਸਾਡੀ
ਇਸ ਸਰਕਾਰ ਤੱਕ ਇਹੀ ਬੇਨਤੀ ਹੈ ਕਿ ਇਹਨਾਂ ਦਾ ਜੋ ਬਣਦਾ ਮਾਣ ਸਤਿਕਾਰ ਦਿੱਤਾ ਜਾਵੇ। ਅੱਜ ਮਹਿੰਗਾਈ ਕਚੁੰਬਰ ਕੱਢ ਰਹੀ ਹੈ। ਸਾਡਾ ਦਲਿਤ ਸਮਾਜ ਜਿਨ੍ਹਾਂ ਦਾ ਅੱਜ ਚੁੱਲ੍ਹਾ ਜਗਨ ਤੋਂ ਵੀ ਵਾਂਝਾ ਹੋ ਰਿਹਾ ਹੈ, ਮਹਿੰਗਾਈ ਹਰ ਪਾਸੇ ਜਿਹੜਾ ਮਾਰ ਪਾ ਰਹੀ ਹੈ, ਤਾਂ ਕੁਝ ਸ਼ਰਾਰਤੀ ਅਨਸਰ, ਸਾਰੇ ਕਿਸਾਨਾਂ ਦੀ ਗੱਲ ਨਹੀਂ ਮੈਂ ਕਰਦਾ ਕਿ ਕਿਸਾਨ ਵੀ ਸਾਡੇ ਵੀਰ ਭੈਣ ਭਰਾ ਹੈ, ਕੁਝ ਸ਼ਰਾਰਤੀ ਅਨਸਰਾਂ ਨੇ ਮੀਡੀਆ ਤੇ ਗੱਲ ਕੀਤੀ, ਸੋਸ਼ਲ ਮੀਡੀਆ ਤੇ ਗੱਲ ਕੀਤੀ ਕਿ ਇਹਨਾਂ ਦਾ ਆਪਣੀ ਮਰਜ਼ੀ ਨਾਲ ਰੇਟ ਬੰਨ੍ਹ ਦਿੰਦੇ ਹੈ। ਤਾਂ ਸਾਥੀਓ, ਅੱਜ ਮੈਂ ਇਸ ਮੀਡੀਆ ਰਾਹੀਂ ਇਹ ਬੇਨਤੀ ਕਰਦਾ ਕਿ ਸਾਡਾ ਬਣਦਾ ਜਿਹੜਾ ਹੱਕ, ਕਮ ਸੇ ਕਮ ਝੋਨੇ ਦੀ ਲਵਾਈ ਵੀ ਪੂਰੀ ਮਿਹਨਤ ਮਿਲਣੀ ਚਾਹੀਦੀ ਹੈ। ਜੋ ਇਹ ਮੰਗਦੇ ਹੈ ਸਾਡਾ ਭਾਈਚਾਰਾ, ਸਾਡਾ ਸਮਾਜ, ਸਾਡੇ ਦਲਿਤ ਸਮਾਜ, ਤਾਂ ਉਹ ਪੂਰਾ 6000 ਤੱਕ ਮਿਲਣਾ ਚਾਹੀਦਾ ਹੈ। ਮੈਂ ਕਿਸਾਨ ਵੀਰਾਂ ਨੂੰ ਵੀ ਬੇਨਤੀ ਕਰਦਾ ਕਿ ਬੈਠ ਕੇ ਸਾਡੇ ਭਾਈਚਾਰੇ ਦੇ ਵਿੱਚ ਡਿਸਕਸ ਕੀਤੀ ਜਾਵੇ, ਸਾਂਝੇ ਲੈਵਲ ਤੇ, ਨਾ ਉਹਨਾਂ ਦਾ ਨੁਕਸਾਨ ਹੋਵੇ ਨਾ ਹੀ ਸਾਡੇ ਸਮਾਜ ਦਾ ਨੁਕਸਾਨ ਹੋਵੇ। ਪੱਠਾ ਮਜ਼ਦੂਰਾਂ ਦਾ ਵੀ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਕਿ ਉਹਨਾਂ ਨੂੰ ਪੱਠਿਆਂ ਤੇ ਜੋ ਰੇਟ ਬੰਨਿਆ ਹੈਗਾ ਉਹ ਪੂਰਾ ਰੇਟ ਨਹੀਂ ਮਿਲ ਰਿਹਾ, ਰੇਟ ਘੱਟ ਦਿੱਤਾ ਜਾ ਰਿਹਾ। ਜਦ ਮੈਂ ਸੁਣਿਆ ਕਿ ਜਦ ਹਿਸਾਬ ਕੀਤਾ ਜਾਂਦਾ ਹੈ ਉਹ ਘੱਟ ਰੇਟ ਤੇ ਹਿਸਾਬ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਸਾਡੇ ਮਿਹਨਤਕਸ਼ ਮਿਸਤਰੀ ਮਜ਼ਦੂਰ, ਇਹ ਜਿਹੜੀ ਯੂਨੀਅਨ ਇਹ ਵੀ ਇੱਥੇ ਪਹੁੰਚੀ ਹੋਈ ਹੈ, ਸਾਰੀਆਂ ਯੂਨੀਅਨ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਇਹ ਵੀ ਯੂਨੀਅਨ ਪਹੁੰਚੀ ਹੋਈ ਹੈ ਕਿ ਮੈਂ ਸਭ ਤੋਂ ਪਹਿਲਾਂ ਦੱਸਣਾ ਚਾਹੁੰਦਾ ਇਸ ਸਰਕਾਰ ਨੇ, ਪਿਛਲੀ ਸਰਕਾਰ ਨੇ ਵੀ ਸਾਥੀਓ ਗੱਲ ਸੁਣਨ ਵਾਲੀ ਹੈ, ਪਿਛਲੀ ਸਰਕਾਰ ਨੇ ਕੋਈ ਆਦਮੀ ਦੀ ਮਿਹਨਤਕਸ਼ ਦੀ, ਮਜ਼ਦੂਰੀ ਕਰਨ ਵਾਲੇ ਦੀ ਜਾਂ ਮਿਸਤਰੀ ਦਾ ਕੋਈ ਨੁਕਸਾਨ ਹੋ ਜਾਂਦਾ ਸੀ, ਡੈਥ ਹੋ ਜਾਂਦੀ ਸੀ, ਪਹਿਲਾਂ 3 ਲੱਖ ਰੁਪਈਆ ਦਿੱਤਾ ਜਾਂਦਾ ਸੀ। ਇਸ ਸਰਕਾਰ ਨੇ ਰਲ ਮਿਲ ਕੇ, ਪਿਛਲੀ ਸਰਕਾਰ ਜਿਹੜੀ ਕਾਂਗਰਸ ਦੀ ਸਰਕਾਰ ਸੀ, ਅੱਜ ਇਸੇ ਸਰਕਾਰ ਨੇ ਜਿਹੜਾ 3 ਲੱਖ ਤੋਂ 2 ਲੱਖ ਰੁਪਈਆ ਕਰਤਾ। ਇਹ ਤੁਹਾਡੇ ਧਿਆਨ ਦੇ ਵਿੱਚ ਦੋਨੇ ਹੈ। ਐਕਸ ਗ੍ਰੇਸੀਆ ਜਿਹੜੀ ਸਕੀਮ ਹੈ 2 ਲੱਖ ਰੁਪਈਆ ਕਰਤਾ, ਘਟਾ ਦਿੱਤਾ, ਹਰ ਪਾਸੇ ਮਾਰ ਪੈ ਰਹੀ ਹੈ। ਸਗਨ ਸਕੀਮ 51000 ਦਾ ਵਾਅਦਾ ਕਰਕੇ ਜਿਹੜਾ ਅੱਜ 31000 ਰੁਪਈਆ ਦੇ ਰਹੀ, ਇਹ ਵੀ ਬਹੁਤ ਵੱਡੀ ਤੁਹਾਨੂੰ ਮਾਰ ਪੈ ਰਹੀ ਹੈ। ਤਾਂ ਇਸ ਕਰਕੇ ਮੈਂ ਇਸ ਚੈਨਲ ਦੇ ਮੇਨ ਕਾਰਨ ਕੀ ਸੀ? ਅੱਜ ਦਾ ਮੇਨ ਕਾਰਨ ਕਿ ਜਿਹੜਾ ਆ ਇਕੱਠ ਵੱਜਿਆ ਹੈ, ਇਹ ਸਾਡੇ ਦਲਿਤ ਸਮਾਜ ਦਾ, ਬੈਕਵਰਡ ਭਾਈਚਾਰੇ ਦਾ, ਕਿ ਸਾਨੂੰ ਮਿਹਨਤ ਮਜ਼ਦੂਰੀ ਪੂਰੀ ਨਹੀਂ ਮਿਲ ਰਹੀ। ਸਾਡੀ ਸਾਰਿਆਂ ਦੀ ਮੰਗ ਹੈ ਕਿ ਇਹਨਾਂ ਨੂੰ ਝੋਨੇ ਦੀ ਲਵਾਈ ਪੂਰੀ ਮਿਹਨਤ ਮਿਲਣੀ ਚਾਹੀਦੀ ਹੈ। ਜੇ 6000 ਰੁਪਈਆ ਮੰਗ ਆ ਤਾਂ 6 ਹੀ ਮਿਲਣਾ ਚਾਹੀਦਾ ਕਿ ਹਰ ਪਾਸੇ ਜਿਹੜਾ ਚੁੱਲ੍ਹਾ ਜਗਨ ਤੋਂ ਅਸਮਰੱਥ ਹੋ ਰਹੇ। ਦੂਸਰੇ ਪਾਸੇ ਜਿਹੜੀ ਇਹਨਾਂ ਦੀ ਕਿਰਤ ਕਮਾਈ ਹੈ, ਮਿਹਨਤ ਮਜ਼ਦੂਰੀ ਹੈ। ਤੁਸੀਂ ਕਹਿ ਰਹੇ ਹੋ ਕਿ 6000 ਰੁਪਇਆ ਝੋਨੇ ਦੀ ਲਵਾਈ ਮਜ਼ਦੂਰ ਨੂੰ ਮਿਹਨਤ ਮਿਲਣੀ ਚਾਹੀਦੀ। ਹਾਂਜੀ ਹਾਂਜੀ। ਕਿਸਾਨ ਕਹਿ ਰਹੇ ਆ ਕਿ 10 ਸਾਲਾਂ ਦੇ ਵਿੱਚ 50 ਰੁਪਏ ਕਣਕ ਦਾ ਰੇਟ ਵਧਿਆ, 50 ਵੀ ਨਹੀਂ ਵਧਿਆ, 45 ਰੁਪਏ ਵਧਿਆ, ਤੇ 1500 ਰੁਪਇਆ ਪੰਜਾਬ ਸਰਕਾਰ ਕਿਸਾਨ ਨੂੰ ਦੇ ਰਹੀ ਆ ਸਿੱਧੀ ਬਿਜਾਈ ਤੇ। 1500 ਰੁਪਏ ਦੇ ਵਿੱਚ ਤਾਂ ਕਿਸਾਨ ਦਾ ਡੀਜ਼ਲ ਵੀ ਨਹੀਂ ਪੂਰਾ ਹੁੰਦਾ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਸਾਡੀ ਬੇਨਤੀ ਹੈ, ਜੇ ਪੰਜਾਬ ਸਰਕਾਰ ਕਿਸਾਨ ਨੂੰ ਸਿੱਧੀ ਬਿਜਾਈ ਦਾ 1500 ਰੁਪਇਆ ਦੇ ਰਹੀ ਹੈ ਤਾਂ ਕਮ ਸੇ ਕਮ ਮਜ਼ਦੂਰ ਜਿਹੜਾ ਝੋਨਾ ਲਾਉਣ ਤੋਂ ਸਮਰੱਥ ਹੋ ਰਿਹਾ ਹੈ, ਅਸਮਰੱਥ ਹੋ ਰਿਹਾ ਹੈ, ਉਸ ਨੂੰ ਵੀ ਉਸ ਬਿਜਾਈ ਦੇ ਥਰੂ ਕੁਛ ਨਾ ਕੁਛ ਸਹਿਯੋਗ ਦਿੱਤਾ ਜਾਵੇ। ਜੇਕਰ ਉਹਨਾਂ ਨੂੰ 1500 ਰੁਪਈਆ ਸਾਡੇ ਕਿਸਾਨ ਵੀਰਾਂ ਨੂੰ ਨਾਲ ਮਿਹਨਤ ਮਜ਼ਦੂਰੀ ਦਾ ਪੰਜਾਬ ਸਰਕਾਰ ਜੇ 1500 ਰੁਪਈਆ ਦੇ ਸਕਦੀ ਤੇ 500-700 ਰੁਪਈਆ, ਕੋਈ 1000 ਇਹਨਾਂ ਮਿਹਨਤਕਸ਼ ਲੋਕਾਂ ਨੂੰ ਵੀ ਦੇ ਸਕਦੀ। ਇਹ ਸਾਡੀ ਮੰਗ ਹੈ। ਦੂਸਰਾ ਹੋਰ ਇੱਕ ਮੇਰੀ ਬੇਨਤੀ ਹੋਰ ਸੀ ਕਿ ਸਾਡੇ ਕਿਸਾਨਾਂ ਦੇ ਨਾਲ ਜੋ ਦਿੱਲੀ ਦਾ ਧਰਨਾ ਵੱਜਿਆ ਸੀ, ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਡੀ ਬਹੁਜਨ ਸਮਾਜ ਪਾਰਟੀ ਨੇ ਵੀ ਕਮ ਸੇ ਕਮ ਕਾਫੀ ਨਾਲ 2-4 ਦਿਨ ਰਹਿ ਕੇ ਸੰਘਰਸ਼ ਕੀਤਾ। ਤਾਂ ਉਹਦੇ ਵਿੱਚ ਕਿਸਾਨਾਂ ਨੂੰ ਤਾਂ ਮਿਲ ਗਿਆ, ਪਰ ਮਜ਼ਦੂਰਾਂ ਨੂੰ ਜਿਸ ਤਰ੍ਹਾਂ ਬਠਿੰਡੇ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਨੇ, ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਚੈੱਕ ਵੰਡੇ ਹੈ, ਇੱਕ ਵੀ ਮਜ਼ਦੂਰ ਨੂੰ ਉੱਥੇ ਚੈੱਕ ਨਹੀਂ ਦਿੱਤਾ ਕਿ ਜੋ ਨਰਮੇ ਦੀ ਖਰਾਬੀ ਸੀ। ਸਾਡੀ ਮੰਗ ਹੈ ਜੇਕਰ ਕਿਸਾਨਾਂ ਨੂੰ ਦਿੱਤਾ ਜਾਂਦਾ, ਨਾਲ ਜਿਹੜੇ ਸਾਡੇ ਮਜ਼ਦੂਰਾਂ ਦਾ ਵੀ ਧਿਆਨ ਰੱਖਿਆ ਜਾਵੇ। ਇਹ ਤੁਹਾਡਾ ਰਕਮ ਮੇਰਾ ਨਾਮ ਹਰਜੀਤ ਸਿੰਘ ਹੈ ਜੀ। ਕੀ ਕਹਿਣਾ ਚਾਹੋਗੇ ਅੱਜ ਜੋ ਇਕੱਠ ਕੀਤਾ ਹਰੀਕੇ ਕਲਾਂ 'ਚ? ਮੈਂ ਇਹੀ ਕਹਿਣਾ ਚਾਹਾਂਗਾ ਜੀ ਕਿ ਜਿਹੜੇ ਇਹ ਮਜ਼ਦੂਰ ਇਕੱਠੇ ਹੋਏ ਹਨ, ਇਹਨਾਂ ਨੂੰ ਇਹਨਾਂ ਦਾ ਬਣਦਾ ਹੱਕ ਮਿਲੇ। ਜੋ ਝੋਨੇ ਦੀ ਲਵਾਈ ਆ ਉਹ ਵੀ ਸਹੀ ਢੰਗ ਤਰੀਕੇ ਦੇ ਨਾਲ ਦਿੱਤੀ ਜਾਵੇ ਤਾਂ ਕਿ ਜਿਹੜਾ ਇਹਨਾਂ ਦਾ ਬਣਦਾ ਹੱਕ ਇਹਨਾਂ ਨੂੰ ਮਿਲੇ। ਜਿਹੜੀ ਦਿਹਾੜੀ ਆ ਉਹ ਇਹਨਾਂ ਨੂੰ 500 ਰੁਪਏ ਦਿੱਤੀ ਜਾਵੇ ਘੱਟੋ ਘੱਟ ਮਜ਼ਦੂਰ ਨੂੰ, ਕਿਉਂਕਿ ਆਪਾਂ ਅਕਸਰ ਹੀ ਵੇਖਦੇ ਹਾਂ
ਚੁੱਲ੍ਹੇ ਤਪਣ ਤੋਂ ਵੀ ਮੁਹਤਾਜ ਹੋਏ ਪਏ ਲੋਕ। ਘਰ ਦਾ ਕੋਈ ਖਰਚਾ ਨਹੀਂ ਪੂਰਾ ਆਉਂਦਾ, ਬੱਚਿਆਂ ਦੀ ਪੜ੍ਹਾਈ ਦਾ ਖਰਚਾ ਨਹੀਂ ਪੂਰਾ ਆਉਂਦਾ। ਕੋਈ ਇੱਕ ਤਾਂ ਹੈ ਨਹੀਂ ਵੀ ਬੰਦਾ ਘਰ ਦੇ ਇਕੱਲੇ ਖਰਚੇ ਪੂਰੇ ਕਰੂ। ਉਹਨੂੰ ਹੋਰ ਵੀ ਬੜੇ ਕੰਮ ਆ, ਜਿਵੇਂ ਕਿਸੇ ਰਿਸ਼ਤੇਦਾਰੀ ਦੇ ਵਿੱਚ ਮਰਗ ਹੋ ਗਈ ਉੱਥੇ ਜਾਣਾ, ਜਿਵੇਂ ਕਿਸੇ ਦੁੱਖ ਦੀ ਘੜੀ ਦੇ ਵਿੱਚ ਆਪਦੇ ਘਰੇ ਝੂਝਣਾ। ਬਹੁਤ ਅਜਿਹੀਆਂ ਮੁਸ਼ਕਲਾਂ ਹਨ ਜਿਹੜੀਆਂ ਇਸ ਗਰੀਬ ਨੂੰ ਝੂਝਣੀਆਂ ਪੈ ਰਹੀਆਂ। ਸੋ ਸਾਡੀ ਮਾਨ ਸਾਹਿਬ ਸਰਕਾਰ ਨੂੰ ਇਹੀ ਬੇਨਤੀ ਹੈ ਕਿ ਇਹਨਾਂ ਦੇ ਬਣਦੇ ਹੱਕ ਇਹਨਾਂ ਨੂੰ ਦਿੱਤੇ ਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਜੋ ਤੁਸੀਂ ਇੱਥੇ ਇਕੱਠ ਕੀਤਾ, ਇਕੱਠ ਕਰਨ ਦਾ ਮੇਨ ਕਾਰਨ ਤੁਹਾਡਾ, ਤੁਸੀਂ ਕਿਸ ਵਿਸ਼ੇ ਤੇ ਮਤੇ ਪਾ ਰਹੇ ਹੋ, ਕੀ ਮਤਾ ਪਾ ਰਹੇ ਹੋ, ਉਹਦੇ ਵਿੱਚ ਕੀ ਲਿਖਿਆ ਹੈਗਾ ਜਾਂ ਕੀ ਲਿਖਣਾ ਚਾਹੁੰਦੇ ਹੋ? ਅਸੀਂ ਉੱਥੇ ਇਹੀ ਮਤੇ ਪਾਉਣੇ ਆ ਕਿ ਜਿਹੜੀ ਝੋਨੇ ਦੀ ਲਵਾਈ ਆ ਉਹ ਵੀ ਬਣਦਾ ਹੱਕ ਦਿੱਤਾ ਜਾਵੇ। ਜਿਹੜੀ ਗਰੀਬ ਦੀ ਜਿਹੜੀ ਦਿਹਾੜੀ ਆ ਉਹ 500 ਰੁਪਏ ਤੱਕ ਇਸ ਗਰੀਬ ਨੂੰ ਮਿਲਣੀ ਚਾਹੀਦੀ ਆ। ਤੁਸੀਂ ਇਹ ਮੰਨਦੇ ਹੋ ਵੀ ਕਿਸਾਨ ਮਜ਼ਦੂਰ ਦਾ ਇੱਕ 9 ਮਾਸ ਦਾ ਰਿਸ਼ਤਾ, ਹਾਂਜੀ ਮੰਨਦੇ ਆ। ਭਾਰਤੀ ਅਨਸਰ ਆ ਜਿਹੜੇ ਉਹਦੇ ਵਿੱਚ ਦਫਾੜ ਪਾ ਰਹੇ ਆ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਨਹੀਂ ਜੀ, ਸਾਨੂੰ ਭਾਈਚਾਰਕ ਸਾਂਝ ਬਣਾ ਕੇ ਰੱਖਣੀ ਚਾਹੀਦੀ ਹੈ ਤੇ ਬਣਾ ਕੇ ਰੱਖਣੀ ਪਊਗੀ ਵੀ। ਨਾ ਤਾਂ ਸਾਡਾ ਇਹਨਾਂ ਬਿਨਾਂ ਸਰੇ ਤੇ ਨਾ ਤਾਂ ਇਹਨਾਂ ਦਾ ਸਾਡੇ ਬਿਨਾਂ ਸਰੇ। ਇਸ ਕਰਕੇ ਅਸੀਂ ਇਹਨਾਂ ਕੋਲ ਵੀ ਇਹੀ ਮੰਗ ਕਰਦੇ, ਕਿਸਾਨਾਂ ਕੋਲੋਂ ਵੀ, ਤੇ ਇਹ ਆ ਸਾਡੇ ਮੋਢੇ ਨਾਲ ਮੋਢਾ ਲਾਉਣ ਤਾਂ ਕਿ ਅਸੀਂ ਸਾਡੀ ਕਿਸਾਨਾਂ ਕੋਲੋਂ ਕੋਈ ਮੰਗ ਨਹੀਂ, ਕਿਸਾਨਾਂ ਕੋਲ ਸਾਡੀ ਕੋਈ ਮੰਗ ਨਹੀਂ, ਸਾਡੀ ਪੰਜਾਬ ਸਰਕਾਰ ਤੋਂ ਮੰਗ ਹੈ ਤਾਂ ਕਿ ਸਾਡੀ ਝੋਨੇ ਦੀ ਲਵਾਈ ਵੀ ਫਿਕਸ ਰੇਟ ਕੀਤੀ ਜਾਵੇ ਤੇ ਸਾਡੀ ਦਿਹਾੜੀ ਜਿਹੜੀ ਉਹ ਵੀ ਫਿਕਸ ਰੇਟ ਤੇ ਕੀਤੀ ਜਾਵੇ, 500 ਰੁਪਏ ਤੇ ਕੀਤੀ ਜਾਵੇ ਘੱਟੋ ਘੱਟ। ਕੀ ਨਾਮ ਆ ਬਾਈ ਜੀ? ਬਲਕਰਨ ਸਿੰਘ ਜੀ। ਬਲਕਰਨ ਸਿੰਘ ਜੀ, ਕੀ ਕਹਿਣਾ ਚਾਹੋਗੇ ਤੁਸੀਂ? ਕਹਿਣਾ ਚਾਹੁੰਦੇ ਆ ਜੀ, ਮਜ਼ਦੂਰ ਦੀ ਹਾਲਤ ਦਿਨੋਂ ਦਿਨ ਨਾਜ਼ੁਕ ਹੁੰਦੀ ਜਾ ਰਹੀ ਆ ਪੰਜਾਬ ਦੇ ਵਿੱਚ। ਹਰ ਪਾਸੇ ਚੱਲ ਜਾਓ, ਕਿਹੜੇ ਮਰਜ਼ੀ ਸ਼ਹਿਰ ਦੇ ਵਿੱਚ ਚੱਲ ਜਾਓ। ਕੀ ਕਾਰਨ ਆ ਹਾਲਤ ਨਾਜ਼ੁਕ ਹੋਣ ਦਾ? ਹਾਲਤ ਨਾਜ਼ੁਕ ਹੋਣ ਦਾ ਜੀ, ਪਹਿਲਾਂ 250 ਰੁਪਏ ਦਿਹਾੜੀ ਸੀ, ਅੱਜ ਦੇ ਟਾਈਮ 'ਚ 300 ਆ। ਤੁਸੀਂ ਆਪ ਵੀ ਮੈਟਰ ਕਰੋ ਵੀ 300 ਰੁਪਏ ਦੇ ਨਾਲ ਕੋਈ ਵੀ ਖਰਚਾ, ਕੋਈ ਵੀ ਸ਼ੌਂਕ ਬੰਦੇ ਦਾ ਨਹੀਂ ਪੂਰਾ ਹੁੰਦਾ। ਸਹੀ ਹੈ ਨਾ ਜੀ? ਮਹਿੰਗਾਈ ਬਹੁਤ ਜ਼ਿਆਦਾ, 200 ਰੁਪਏ ਨੂੰ ਤੇਲ ਆ ਜੀ ਸਰੋਂ ਦਾ, ਤੇ ਹੋਰ ਵੀ ਬਹੁਤ ਜ਼ਿਆਦਾ ਖਰਚੇ ਨੇ, ਬੱਚਿਆਂ ਦੇ ਖਰਚੇ, ਪੜ੍ਹਾਈਆਂ ਦੇ ਖਰਚੇ। ਮੋਟਰਸਾਈਕਲ ਦਾ ਪੈਟਰੋਲ ਦੇਖ ਲਓ 104 ਰੁਪਏ ਹੈ ਜੀ। ਜੇ ਆਪਾਂ ਕੋਟਕਪੂਰੇ ਵੀ ਦਿਹਾੜੀ ਕਰਨ ਜਾਣਾ ਤਾਂ ਆਪਣਾ 100 ਦਾ ਮਾਮੂਲੀ ਪੈਟਰੋਲ ਲੱਗ ਜੂ, ਉਹਦੇ ਵਿੱਚੋਂ 200 ਰੁਪਏ ਬਚੂਗਾ। ਕੀ ਮੰਗ ਕਰਦੇ ਹੋ ਪੰਜਾਬ? ਮੰਗ ਕਰਦੇ ਆ ਪੰਜਾਬ ਗੌਰਮੈਂਟ ਨੂੰ ਕਿ ਜਿਹੜੀਆਂ ਬਣਦੀਆਂ ਸਹੂਲਤਾਂ ਮਜ਼ਦੂਰਾਂ ਨੂੰ ਦਿੱਤੀਆਂ ਜਾਣ, ਹਰੇਕ ਵਰਗ ਨੂੰ ਇੱਕ ਸਮਾਨ ਸਮਝਿਆ ਜਾਵੇ। ਜ਼ਰੂਰੀ ਨਹੀਂ ਵੀ ਕਿਸਾਨਾਂ ਨੂੰ ਜਿਵੇਂ ਸੁਣੀ ਗਈ ਹੈ ਉਵੇਂ ਮਜ਼ਦੂਰਾਂ ਨੂੰ ਸੁਣੀ ਜਾਵੇ। ਇਹਨਾਂ ਨੂੰ ਵੀ ਕੁਝ ਨਾ ਕੁਝ ਦਿਹਾੜੀ 500 ਰੁਪਏ ਕਰੇ ਗੌਰਮੈਂਟ। ਹੋਰ ਜਿਹੜੀਆਂ ਸਹੂਲਤਾਂ ਤੋਂ ਵਾਂਝਾ ਰੱਖਿਆ ਜਾ ਰਿਹਾ, ਪਿੰਡਾਂ ਦੇ ਜਿਹੜੇ ਹਸਪਤਾਲ ਆ ਉਹਨਾਂ ਨੂੰ ਸਹੀ ਕਰੇ, ਉਹਨਾਂ ਨੂੰ ਸਹੀ ਕੰਡੀਸ਼ਨ 'ਚ ਲੈ ਕੇ ਆਵੇ। ਕਿਸੇ ਵੀ ਗਰੀਬ ਨੂੰ ਇਲਾਜ ਤੇ ਪੈਸੇ ਨਾ ਪੱਟਣੇ ਪੈਣ। ਇੱਕ ਜਿਹੜੀ ਵੱਡੀ ਸਮੱਸਿਆ ਜਿਹੜੀ ਐਜੂਕੇਸ਼ਨ ਦੀ, ਆਪਣੇ ਸਕੂਲ ਦੇ ਵਿੱਚ ਸਰਕਾਰੀ ਸਕੂਲਾਂ ਨੂੰ ਇੰਨਾ ਕੁ ਵਧੀਆ ਬਣਾਇਆ ਜਾਵੇ, ਕਿਉਂਕਿ ਜਿਹੜਾ ਬੰਦਾ ਸੈੱਟ ਆ ਬਾਈ ਜੀ ਉਹ ਪ੍ਰਾਈਵੇਟ ਦੇ ਵਿੱਚ ਬੱਚੇ ਪੜਾਊਗਾ। ਗਰੀਬਾਂ ਦੇ ਜਵਾਕ ਸਰਕਾਰੀਆਂ 'ਚ ਪੜ੍ਹਨੇ ਆ। ਮਿਡ ਡੇ ਮੀਲ ਭਲਾ ਬੰਦ ਕਰਦੇ, ਪਰ ਪੜ੍ਹਾਈ ਜਿਹੜੀ ਵਧੀਆ ਦੇਵੇ, ਚੰਗੇ ਟੀਚਰ ਹੋਣ, ਚੰਗੀ ਬਿਲਡਿੰਗ ਹੋਵੇ। ਜਿਹੜਾ ਪਿਛਲੇ ਦਿਨ ਤੁਹਾਨੂੰ ਪਤਾ ਹਰੀਕੇ ਕਲਾਂ ਦੇ ਵਿੱਚ ਸੈਂਟਰ ਜਿਹੜਾ ਟੁੱਟ ਚੁੱਕਿਆ, 8ਵੀਂ 10ਵੀਂ +2 ਦਾ। ਪਹਿਲਾਂ ਸੈਂਟਰ ਆਪਣੇ ਪਿੰਡ ਹੁੰਦਾ ਸੀ, ਹੁਣ ਜਿਹੜਾ ਜਵਾਕਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀ ਹੈ, ਕਿਉਂਕਿ ਕਿਸੇ ਕੋਲੇ ਵਹੀਕਲ ਨਹੀਂ। 8ਵੀਂ ਦਾ ਜਵਾਕ ਤੁਹਾਨੂੰ ਪਤਾ ਹੀ ਹੈ ਕਿੱਡਾ ਹੋਊਗਾ। ਉਹ ਸੈਂਟਰ ਜਾ ਕੇ ਵਿੜੰਗੀ ਚੱਲ ਗਿਆ। ਅਸੀਂ ਇਹ ਵੀ ਗੌਰਮੈਂਟ ਨੂੰ ਮੰਗ ਕਰਦੇ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਸੈਂਟਰ ਹੈ ਜਿਹੜਾ ਉਹ ਹਰੀਕੇ ਕਲਾਂ ਦੇ ਵਿੱਚ ਦਿੱਤਾ ਜਾਵੇ। ਸਾਡੀ ਇਹ ਬੇਨਤੀ ਆ ਜੀ ਮਾਨ ਸਰਕਾਰ ਵੱਲੋਂ ਕਿ ਸਾਡੀ ਝੋਨੇ ਦੀ ਲਵਾਈ 6000 ਰੁਪਏ ਕੀਤੀ ਜਾਵੇ ਤੇ ਮਜ਼ਦੂਰਾਂ ਦੀ ਦਿਹਾੜੀ 500 ਰੁਪਏ ਕੀਤੀ ਜਾਵੇ ਤੇ ਸਾਨੂੰ ਬੰਦਿਆਂ ਦੇ ਬਰਾਬਰ ਹੀ ਹੱਕ ਦਿੱਤਾ ਜਾਵੇ। ਇਲੈਕਸ਼ਨਾਂ ਤੋਂ ਪਹਿਲਾਂ ਮਾਨ ਸਰਕਾਰ ਨੇ ਤੁਹਾਡੇ ਨਾਲ ਵਾਅਦਾ ਕੀਤਾ ਸੀ ਔਰਤਾਂ ਦੇ ਨਾਲ ਵੀ 1000 ਰੁਪਇਆ ਖਾਤੇ ਦੇ ਵਿੱਚ ਅਸੀਂ ਔਰਤ ਨੂੰ ਪਾਵਾਂਗੇ। ਆਏ ਆ ਕਿਸੇ ਭੈਣ? ਨਹੀਂ ਜੀ, ਕਿਸੇ ਨੂੰ ਨਹੀਂ ਕੋਈ ਵੀ ਪੈਸੇ ਆਏ। ਕਿਹੜਾ ਨਾਮ ਆ ਜੀ? ਮੇਰਾ ਨਾਮ ਲਖਵੀਰ ਕੌਰ ਹੈ ਜੀ। ਕੀ ਕਹਿਣਾ ਚਾਹੋਗੇ ਅੱਜ ਜੋ ਇੱਥੇ ਇਕੱਠ ਕੀਤਾ? ਅਸੀਂ ਇਸ ਕਰਕੇ ਇਕੱਠ ਕੀਤਾ ਜੀ ਵੀ ਇੱਕ ਤਾਂ ਗਰੀਬਾਂ ਦੀ ਦਿਹਾੜੀ 500 ਰੁਪਇਆ ਕੀਤੀ ਜਾਵੇ ਤੇ ਇੱਕ ਝੋਨੇ ਦੀ ਲਵਾਈ 6000 ਰੁਪਇਆ ਕੀਤਾ ਜਾਵੇ। ਸਾਡੇ ਨਾਲ ਆਉਣ ਵਾਲੀਆਂ ਵੋਟਾਂ ਦੇ ਵਿੱਚ ਵਾਅਦੇ ਕੀਤੇ ਸੀ ਕਿ ਬੁਢੇਪਾ ਪੈਨਸ਼ਨ 2500 ਰੁਪਇਆ ਹੋ ਜੂਗੀ। ਅੱਜ ਤੱਕ 3-4 ਮਹੀਨੇ ਹੋ ਗਏ ਕਿਸੇ ਦੀ ਪੈਨਸ਼ਨ 2500 ਰੁਪਇਆ ਨਹੀਂ ਕੀਤੀ ਗਈ ਆ। ਜਿਹੜੀਆਂ ਸਾਡੀਆਂ ਸਗਮਾਂ ਦੀ ਸਕੀਮਾਂ ਅੱਗੇ ਵੱਧ ਆਉਂਦੀਆਂ ਸੀ ਉਹ ਘਟਾ ਦਿੱਤੀਆਂ ਗਈਆਂ ਜੀ। ਜੇਕਰ ਮਾਨ ਸਰਕਾਰ ਤੁਹਾਡੀ ਨਹੀਂ ਮੰਨਦੀ ਤਾਂ ਫਿਰ ਤੁਸੀਂ ਆਉਣ ਵਾਲੇ ਦਿਨਾਂ 'ਚ ਕੀ ਸੰਘਰਸ਼ ਵਿੱਢੋਗੇ ਜਾਂ ਕੀ ਕਰੋਗੇ? ਅਸੀਂ ਇਹੀ ਸੰਘਰਸ਼ ਵੱਢਾਂਗੇ ਜੀ। ਵੋਟਾਂ ਵੇਲੇ ਤਾਂ ਸਾਰੇ ਆਖ ਦਿੰਦੇ ਆ ਕਿ ਸਮਾਜ ਦੀਆਂ ਵੋਟਾਂ ਜ਼ਿਆਦਾ ਵੋਟਾਂ ਵੀ ਸਾਡੀਆਂ ਹੀ ਹੁੰਦੀਆਂ ਜੀ। ਗਰੀਬ ਭਰਾਵਾਂ ਦੀਆਂ, ਇਹਨਾਂ ਦੇ ਇੱਕ ਬੱਚਾ ਹੁੰਦਾ ਜੀ, ਉਹ ਵੀ ਬਾਹਰ ਫਿਰਦਾ ਹੁੰਦਾ ਅਮਰੀਕਾ ਕੈਨੇਡਾ ਦੇ ਵਿੱਚ। ਸਾਡੇ ਪਰਿਵਾਰ 'ਚ ਇੱਕ ਪਰਿਵਾਰ 'ਚ 30-35 ਵੋਟਾਂ ਜੀ।
ਸਾਨੂੰ ਗਰੀਬਾਂ ਦਾ ਸੰਯੋਗ ਚਾਹੀਦਾ, ਗਰੀਬਾਂ ਦੇ ਸਿਰ ਤੇ ਅਸੀਂ ਉੱਠਦੇ ਆ ਤੇ ਪਰ ਜਦੋਂ ਲੀਡਰ ਬਣ ਜਾਂਦੇ ਆ ਜੀ ਉਦੋਂ ਕਿਸੇ ਨੂੰ ਕੁਛ ਨਹੀਂ ਦਿੰਦੇ ਜੀ। ਸਾਡੇ ਨਾਲ ਵਾਅਦੇ ਕਰਕੇ ਸਾਰੇ ਬੇਰੁਜ਼ਗਾਰ ਕਰ ਦਿੰਦੇ ਆ ਜੀ ਸਾਨੂੰ। ਤੇ ਨਰੇਗਾ ਦੀ ਦਿਹਾੜੀ 500 ਰੁਪਇਆ ਕਿੱਦੇ ਦੀ ਹੋਈ ਆ, ਸਾਡੀ ਦਿਹਾੜੀ 282 ਰੁਪਏ ਜੀ। ਕੰਮ ਸਾਤੋਂ ਜ਼ਿਆਦਾ ਲਿਆ ਜਾਂਦਾ, ਸਾਡੇ ਤੇ ਕੈਮਰੇ ਲਾਏ ਗਏ ਆ, ਫੋਟੋਆਂ ਕਰਕੇ ਸਾਡੇ ਤੋਂ ਆਨਲਾਈਨ ਹਾਜ਼ਰੀ ਮੰਗਦੇ ਆ ਜੀ ਤੇ ਪਰ ਦਿਹਾੜੀ ਸਾਡੀ ਵਧਾਉਂਦੇ ਨਹੀਂ ਜੀ। ਕੀ ਨਾਮ ਆ ਜੀ? ਮੇਰਾ ਨਾਮ ਵੀਰ ਜੀ ਜਸਪ੍ਰੀਤ ਕੌਰ। ਜਸਪ੍ਰੀਤ ਕੌਰ ਵੀਰੇ, ਅੱਜ ਦਾ ਜਿਹੜਾ ਇੱਥੇ ਧਰਨਾ ਰੱਖਿਆ ਤੁਸੀਂ, ਮੇਨ ਮਕਸਦ ਕੀ ਹੈ ਇਹ ਇਕੱਠ ਕਰਨ? ਮੇਨ ਮਕਸਦ ਵੀਰ ਜੀ ਸਾਡਾ ਝੋਨੇ ਦੀ ਕੋਈ ਸਾਡੀ ਲਵਾਈ ਦਾ ਹਿਸਾਬ ਕਿਤਾਬ ਕੋਈ ਨਹੀਂ ਕਰਦੇ, ਆਪਦੇ ਜਿੰਨੇ ਦੇਣੇ ਹੁੰਦੇ ਆਪਦੀ ਮਰਜ਼ੀ ਨਾਲ ਰੇਟ ਦਿੰਦੇ ਆ। ਇੱਥੇ ਜੇ ਗਰੀਬਾਂ ਦੇ ਹੱਕ ਵਿੱਚ ਹੋਵੇ ਤਾਂ 6000 ਰੁਪਇਆ ਕਿੱਲੇ ਦਾ ਮੰਗੀ ਜਾਂਦੇ ਆ ਤੇ ਕੋਈ ਸਾਨੂੰ ਰੇਟ ਵੀ ਦਿਓ ਆਪਦੀ ਮਰਜ਼ੀ ਨਾਲ। ਝੋਨਾ ਤੂੜੀ ਦੇ ਇੰਨਾ ਰੇਟ ਹੋ ਜਾਂਦਾ ਵਾ, ਅਸੀਂ ਤਾਂ ਬੋਲਦੇ ਨਹੀਂ ਤੂੜੀ ਦੇ ਰੇਟ ਤੇ ਵੀ, ਕੋਈ ਜਿੰਨਾ ਕਹਿੰਦੇ ਆ ਉਹਨੇ ਦੀ ਟਰਾਲੀ ਸਟਾਉਣੇ ਆ। ਇਹ ਸੀ ਕਿ ਕਿਸਾਨਾਂ ਦੀ ਤੂੜੀ ਜੋ ਬਾਹਰ ਦੀਆਂ ਸਟੇਟਾਂ ਦੇ ਵਿੱਚ ਜਾਂਦੀ ਸੀ ਉਹਨਾਂ ਨੇ ਬੰਦ ਕਰਤੀ, ਉਹਦੇ ਕਾਰਨ ਰੇਟ ਵੱਧ ਗਿਆ। ਕੋਈ ਉਹਦੇ ਵਿੱਚ ਕਿਸਾਨ ਦਾ ਜਾਂ ਮਜ਼ਦੂਰ ਦਾ ਕੋਈ ਰੋਲ ਨਹੀਂ ਵੀ ਜਾਂ ਇੱਕ ਮਜ਼ਦੂਰ ਕਰਕੇ ਹੀ ਤੂੜੀ ਦਾ ਰੇਟ ਵਧਾਇਆ ਗਿਆ। ਉਹ ਤੁਹਾਡਾ ਗੁੱਸਾ ਜਿਹੜਾ ਉਹ ਬਿਲਕੁਲ ਜਾਇਜ਼ ਨਹੀਂ ਹੈਗਾ। ਕੋਈ ਇਸ ਟੌਪਿਕ ਤੇ ਕੁਝ ਹੋਰ ਕਹਿਣਾ ਚਾਹੋਗੇ ਤਾਂ ਬੋਲੋ। ਹੋਰ ਵੀਰੇ 3 ਮਹੀਨੇ ਹੋ ਗਿਆ ਕੋਈ ਸਾਨੂੰ ਕਣਕ ਨਹੀਂ ਦਿੱਤੀ ਜਾ ਰਹੀ। ਜੇ ਨਾ ਦਿੱਤੀ ਕਣਕ ਤੇ ਅਸੀਂ ਤਾਂ ਸੜਕਾਂ ਤੇ ਜਾ ਕੇ ਧਰਨੇ ਲਾਵਾਂਗੇ। ਸਾਡਾ ਹੱਕ ਤਾਂ ਸਾਨੂੰ ਦਿਓ, ਵਾਅਦੇ ਤਾਂ ਸਾਡੇ ਨਾਲ ਪੂਰੇ ਕਰੋ। ਕੋਈ ਸਾਡਾ ਵਾਅਦਾ ਪੂਰਾ ਨਹੀਂ ਹੋਇਆਗਾ। ਕਣਕ ਵੀ ਕਿਹੜੀ ਦਿੰਦੇ ਆਪਾਂ ਨੂੰ 15 ਕੋਈ ਸਾਨੂੰ ਕਣਕ ਨਹੀਂ ਮਿਲਦੀਗੀ। ਕੋਈ 1000 ਰੁਪਇਆ ਕਿਹਾ ਸੀ ਰਸੋਈ ਦਾ ਦੇਵਾਂਗੇ, ਉਹ ਨਹੀਂ, ਕੋਈ ਖਰਚਾ ਨਹੀਂ ਦਿੱਤਾ ਜਾਂਦਾਗਾ। ਵੋਟਾਂ ਸਾਨੂੰ ਇਸ ਕਰਕੇ ਪਵਾਲੀਆਂ। ਸਾਰੇ ਸਹੂਲਤ ਇਹ ਸੀ ਵੀ ਸਾਰੀਆਂ ਸਹੂਲਤਾਂ ਗਰੀਬਾਂ ਨੂੰ ਦਿੱਤੀਆਂ ਜਾਣਗੀਆਂ, ਪਰ ਅੱਜ ਤੱਕ ਸਾਨੂੰ ਕੋਈ ਸਹੂਲਤ ਨਹੀਂ ਮਿਲੀ ਇੱਥੋਂ।